ਵੈਲਕਮ ਟੂ ਮਲੂਕਾ ਆਈਏਐਸ। ਅੱਜ ਅਸੀਂ ਪੰਜਾਬੀ ਲਿਟਰੇਚਰ ਦੇ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਤੇ ਗੱਲ ਕਰਨ ਜਾ ਰਹੇ ਹਾਂ। ਬਲਵੰਤ ਗਾਰਗੀ ਜਿਹੜੇ ਨੇ ਉਹ ਪੰਜਾਬੀ ਦੇ ਆਧੁਨਿਕ ਪੰਜਾਬੀ ਦੇ ਇੱਕ ਵਿਲੱਖਣ ਨਾਟਕਕਾਰ ਵਜੋਂ ਪ੍ਰਸਿੱਧ ਹੋਏ ਨੇ, ਹਨਾ। ਤੇ ਤੁਸੀਂ ਦੇਖਦੇ ਹੋਵੋਗੇ ਕਿ ਯੂਪੀਐਸਸੀ ਦਾ ਜਿਹੜਾ ਮੀਨਸ ਦਾ ਐਗਜ਼ਾਮੀਨੇਸ਼ਨ ਹੈਗਾ ਉਹਦੇ ਵਿੱਚ ਬਲਵੰਤ ਗਾਰਗੀ ਨੂੰ ਲੈ ਕੇ ਸਪੈਸ਼ਲੀ ਨਾਟਕਕਾਰ ਦਾ ਜਿੱਥੇ ਜ਼ਿਕਰ ਹੈਗਾ ਉੱਥੇ ਤਾਂ ਮੈਂਸ਼ਨ ਹੈਗਾ ਹੀ ਹੈ, ਪਲੱਸ ਨਾਲ ਇਹਨਾਂ ਦੇ 3 ਇੰਪੋਰਟੈਂਟ ਨਾਟਕ ਵੀ ਸਪੈਸ਼ਲ ਲਈ ਮੈਂਸ਼ਨ ਕੀਤੇ ਨੇ ਯੂਪੀਐਸਸੀ ਨੇ, ਹਨਾ। ਕਿਹੜੇ ਕਿਹੜੇ ਨਾਟਕ ਨੇ ਤੁਸੀਂ ਦੇਖੋਗੇ? ਲੋਹਾ ਕੁੱਟ ਬਾਰੇ ਜ਼ਿਕਰ ਹੈ, ਸੁਲਤਾਨ ਰਜ਼ੀਆ, ਤੇ ਨਾਲ ਹੀ ਅਗਰ ਤੁਸੀਂ ਦੇਖੋਗੇ ਦੂਸਰਾ ਧੂਣੀ ਦੀ ਅੱਗ, ਠੀਕ ਹੈ। ਇਹ ਜਿਹੜੇ ਨਾਟਕ ਨੇ ਤੁਸੀਂ ਦੇਖੋਗੇ ਇਹ 3 ਨਾਟਕਾਂ ਬਾਰੇ ਯੂਪੀਐਸਸੀ ਨੇ ਸਪੈਸ਼ਲ ਤੌਰ ਤੇ ਮੈਂਸ਼ਨ ਕੀਤਾ ਹੈਗਾ ਕਿ ਟੈਕਸਟ ਬੁੱਕਸ ਵੀ ਤੁਸੀਂ ਇਹਦੀਆਂ ਪੜ੍ਹਨੀਆਂ ਨੇ, है ना। ਜਦੋਂ ਕੋਈ ਨਾਟਕਕਾਰ ਇੱਕ ਤਾਂ ਹੁੰਦਾ ਹੈ ਕਿ ਨਾਟਕਕਾਰ ਦੇ ਜਿਹੜੇ ਬੇਸਿਕਲੀ ਕੁਝ ਡਰਾਮਾ ਜਿਨ੍ਹਾਂ ਨੇ ਲਿਖਿਆ ਉਹਨਾਂ ਬਾਰੇ ਯੂਪੀਐਸਸੀ ਨੇ ਪੁੱਛਿਆ ਹੈਗਾ, ਹੈ ਨਾ। ਪੇਪਰ ਸੈਕਸ਼ਨ ਜਿਹੜਾ ਪੇਪਰ 1 ਹੈ ਉਹਦਾ ਸੈਕਸ਼ਨ B ਦੇ ਵਿੱਚ, ਹੈ ਨਾ, ਕੁਝ ਨਾਟਕਕਾਰ ਅਸੀਂ ਪੜ੍ਹਨੇ ਨੇ। ਬਟ ਸੈਕਸ਼ਨ ਜਿਹੜਾ ਪੇਪਰ 2 ਹੈਗਾ ਉਹਦੇ ਵਿੱਚ ਜਿਹੜੀਆਂ ਟੈਕਸਟ ਬੁੱਕਸ ਨੇ, ਹੈ ਨਾ, ਸੈਕਸ਼ਨ B ਦੇ ਵਿੱਚ ਉੱਥੇ ਵੀ ਸਪੈਸ਼ਲੀ 3 ਨਾਟਕ ਜਿਹੜੇ ਨੇ ਉਹ ਦਿੱਤੇ ਗਏ ਨੇ ਬਲਵੰਤ ਗਾਰਗੀ ਦੇ, है ना। इस करके ये जो टॉपिक हैगा बहुत ज़्यादा इंपॉर्टेंट हो जाता है। हर बार तुसी देखोगे यूपीएससी मेंस दे विच बलवंत गारगी नूं लैके सवाल पूछा गया है। हुण सानूं सब तो पहला ये समझण दी लोड़ हैगी है, जिवें मैं हर बार तुहानूं दसदा हुन्ना कि थोड़ा बहुत सानूं किसी भी ऑथर या जो भी नाटककार असीं पढ़ रहे हैं उहदे बारे सानूं पहला बेसिक जिहड़ी हैगी आ मुੱਢਲੀ जानकारी होनी चाहिए हैगी है। बलवंत गारगी का जिहड़ा समा तुसी देखोगे ओवरऑल तुहानूं दिखेगा 1916 तो लैके 2003 ਦੇ ਵਿੱਚ, है ना। 2003 ਦੇ ਵਿੱਚ ਇਹਨਾਂ ਦੀ ਡੈਥ ਹੋ ਗਈ ਸੀਗੀ। ਤੇ ਜਿਹੜਾ ਇਹਨਾਂ ਦਾ ਸਭ ਤੋਂ ਪਹਿਲਾਂ ਤੁਸੀਂ ਇਹ ਦੇਖੋ ਵੀ ਇਹਨਾਂ ਨੇ ਨਾਵਲ ਵੀ ਲਿਖੇ ਨੇ, ਕਹਾਣੀਆਂ ਵੀ ਲਿਖੀਆਂ ਨੇ, ਬਟ ਮੇਨ ਜਿਹੜਾ ਇਹਨਾਂ ਨੂੰ ਜਾਣਿਆ ਜਾਂਦਾ ਹੈਗਾ ਜਿਸ ਚੀਜ਼ ਨੂੰ ਲੈ ਕੇ ਇਹਨਾਂ ਨੇ ਪ੍ਰਖਿਆਤੀ ਹਾਸਲ ਕੀਤੀ ਉਹ ਸੀਗਾ ਨਾਟਕ, ਹੈ ਨਾ। ਸਭ ਤੋਂ ਪਹਿਲਾ ਨਾਟਕ ਇਹਨਾਂ ਨੇ 1944 ਦੇ ਵਿੱਚ ਹੀ 1944 ਦੇ ਵਿੱਚ ਹੀ ਲੋਹਾ ਕੁੱਟ ਤੋਂ ਸ਼ੁਰੂਆਤ ਕੀਤੀ ਹੈਗੀ। ਇਹਨਾਂ ਦੀ ਜਿਹੜੀ ਨਾਟਕ ਦੀ ਸਭ ਤੋਂ ਵੱਡੀ ਖੂਬੀ ਇਹ ਹੈਗੀ ਹੈ ਕਿ ਇਹਨਾਂ ਨੇ ਪੱਛਮੀ ਨਾਟਕ ਵਿਧੀਆਂ ਜਿਹੜੀਆਂ ਪੱਛਮ ਦੇ ਵਿੱਚ ਉਹ ਨਾਟਕ ਦੀਆਂ ਵਿਧੀਆਂ ਇਸਤੇਮਾਲ ਕੀਤੀਆਂ ਜਾਂਦੀਆਂ ਸੀ ਉਹਨਾਂ ਦਾ ਭਾਰਤੀ ਨਾਟ ਪਰੰਪਰਾ ਨਾਲ ਸੁਮੇਲ ਕੀਤਾ। ਮੈਂ ਫਿਰ ਤੋਂ ਦੁਹਰਾ ਰਿਹਾ, ਜਿਹੜੀ ਸਭ ਤੋਂ ਵੱਡੀ ਖੂਬੀ ਹੈਗੀ ਆ, ਦੇਖੋ ਕਿਸੇ ਵੀ ਆਨਸਰ ਨੂੰ ਲਿਖਣ ਤੋਂ ਪਹਿਲਾਂ ਨਾ ਜੇਕਰ ਕਦੇ ਵੀ ਤੁਹਾਡੇ ਕੋਲ ਕੁਐਸਚਨ ਪੁੱਛਿਆ ਜਾਵੇ ਕਿਸੇ ਵੀ ਆਥਰ ਨੂੰ ਜਾਂ ਈਵਨ ਤੁਸੀਂ ਜੀਐਸ ਦੇ ਵਿੱਚ ਵੀ ਦੇਖਦੇ ਹੋਵੋਗੇ, ਸਭ ਤੋਂ ਪਹਿਲਾਂ ਜਿਹੜੀ ਇੰਪੋਰਟੈਂਟ ਚੀਜ਼ ਹੈਗੀ ਹੈ ਨਾ ਉਹਨੂੰ ਸ਼ੁਰੂਆਤ ਦੇ ਵਿੱਚ ਲਿਖੋ। ਜਦੋਂ ਵੀ ਤੁਸੀਂ ਇੰਟਰੋਡਕਸ਼ਨ ਦੇਣਾ ਹੈਗਾ ਸ਼ੁਰੂਆਤ ਦੇ ਵਿੱਚ ਉਹ ਚੀਜ਼ ਲਿਖੋ ਜਿਹੜੀ ਕਿ ਸਭ ਤੋਂ ਜ਼ਿਆਦਾ ਇੰਪੋਰਟੈਂਟ ਉਸ ਟੌਪਿਕ ਨਾਲ ਰਿਲੇਟਡ ਹੈਗੀ ਹੈ। ਇਸ ਲਈ ਮੈਂ ਤੁਹਾਨੂੰ ਸੀਕੁਐਂਸ ਦੇ ਵਿੱਚ ਸਭ ਤੋਂ ਪਹਿਲਾਂ ਇਹ ਦੱਸ ਰਿਹਾ ਕਿ ਜਿਹੜਾ ਵੀ ਇਹਨਾਂ ਨੇ ਨਾਟਕ ਲਿਖਿਆ ਹੈ ਨਾ, ਹੋਰ ਵੀ ਖੂਬੀਆਂ ਦੇਖਾਂਗੇ ਕਿਹੜੀਆਂ ਕਿਹੜੀਆਂ ਖੂਬੀਆਂ ਇਹਨਾਂ ਦੇ ਨਾਟਕ 'ਚ ਰਹੀਆਂ, ਬਟ ਮੇਨ ਸਮਝੋ ਕਿ ਜਿਹੜੀ ਪੱਛਮ ਨਾਟ ਪਰੰਪਰਾ ਤੇ ਇਹ ਕਿਉਂ ਕੀਤਾ ਇਹਨਾਂ ਨੇ ਸੁਮੇਲ, ਕਿਉਂਕਿ ਇਹਨਾਂ ਨੇ ਆਪਣੀ ਵਿਦਿਆ ਜਿਹੜੀ ਹੈਗੀ ਆ ਰੂਸ ਦੇ ਵਿੱਚ ਜਾ ਕੇ, ਅਮਰੀਕਾ ਦੇ ਵਿੱਚ ਜਾ ਕੇ, ਫਰਾਂਸ ਦੇ ਵਿੱਚ ਜਾ ਕੇ, ਪੋਲੈਂਡ ਦੇ ਵਿੱਚ ਜਾ ਕੇ ਕੰਪਲੀਟ ਕੀਤੀ। ਉੱਥੇ ਰਹਿੰਦੇ ਟਾਈਮ ਇਹਨਾਂ ਨੇ ਉੱਥੋਂ ਦੇ ਨਾਟ ਜਿਹੜਾ ਰੰਗਮੰਚ ਸੀ ਉਹਨੂੰ ਵੀ ਦੇਖਿਆ, ਉੱਥੋਂ ਦੀਆਂ ਨਾਟਕ ਦੀਆਂ ਵਿਧੀਆਂ ਵੀ ਦੇਖੀਆਂ, ਤੇ ਜਦ ਵਾਪਸ ਇੰਡੀਆ ਦੇ ਵਿੱਚ ਆ ਕੇ ਜਦੋਂ ਇਹਨਾਂ ਨੇ ਨਾਟਕ ਲਿਖੇ ਤਾਂ ਇਹਨਾਂ ਨੇ ਬਾਖੂਬੀ ਇੱਕ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਪੱਛਮ ਦੀਆਂ ਨਾਟ ਵਿਧੀਆਂ ਦਾ ਭਾਰਤੀ ਨਾਟ ਪਰੰਪਰਾ ਨਾਲ ਸੁਮੇਲ ਕੀਤਾ, ਹੈ ਨਾ। ਦੂਸਰਾ ਤੁਸੀਂ ਇਹ ਦੇਖੋ ਕਿ ਇਹਨਾਂ ਦਾ ਆਪਣਾ ਪਿਛੋਕੜ ਜਿਹੜਾ ਸੀਗਾ ਉਹ ਪਿੰਡੂ ਜੀਵਨ ਨਾਲ ਜੁੜੇ ਹੋਏ ਸੀ, ਹੈ ਨਾ। ਬਠਿੰਡਾ ਦੇ ਲਾਗੇ ਇੱਕ ਪਿੰਡ ਦੇ ਵਿੱਚੋਂ ਇਹਨਾਂ ਦਾ ਜਨਮ ਹੋਇਆ ਤੇ ਉਸੇ ਪਿੰਡ ਦੇ ਵਿੱਚ ਰਹਿ ਕੇ ਇਹਨਾਂ ਨੇ ਆਪਣਾ ਬਚਪਨ ਬਤੀਤ ਕੀਤਾ। ਤਾਂ ਪਿੰਡੂ ਜੀਵਨ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਸੀ, ਹੈ ਨਾ, ਇੱਕ ਇਹਨਾਂ ਦਾ ਨਾਟਕ ਦਾ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਮੁੱਖ ਥੀਮ ਜਿਹੜਾ ਤੁਸੀਂ ਦੇਖੋਗੇ ਪਰੰਪਰਾਗਤ ਜਿਹੜੀਆਂ ਕਦਰਾਂ ਕੀਮਤਾਂ ਨੇ, ਪਰੰਪਰਾਗਤ ਕਦਰਾਂ ਕੀਮਤਾਂ ਤੋਂ ਇਹਨਾਂ ਨੇ ਸਮਾਜ ਨੂੰ ਜਾਣੂ ਕਰਾਉਣ ਦਾ ਯਤਨ ਕੀਤਾ, ਹੈ ਨਾ। ਉਹਨਾਂ ਨੂੰ ਤਾਂ ਕਿ ਉਹ ਜਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਪੇਂਡੂ ਜੀਵਨ ਦੇ ਵਿੱਚ ਇਹਨਾਂ ਨੇ ਯਥਾਰਥਵਾਦ ਦੇ ਤੌਰ ਤੇ ਦੇਖੀਆਂ ਸੀ ਉਹ ਸਮਾਜ ਦੇ ਸਾਹਮਣੇ ਕਿਸ ਵਿਧੀ ਦੁਆਰਾ ਪ੍ਰਸਤੁਤ ਕੀਤਾ, ਨਾਟਕ ਦੇ ਰਾਹੀਂ, है ना। कई बार तुसी देखते हो साडे समाज दे विच कई बुराइयां इस तरह दियां हुंदियां ने जिहड़ियां हो तां रहीआं ने, वापर तां रहीआं हुंदियां ने, बट उहदे बारे समाज देखना नहीं चाहुंदा, उस चीज़ नूं समाज फेस नहीं करना चाहुंदा। ये नाटक इन्हां ने उसका माध्यम बनाया कि जो भी कुछ समाज दे विच हो रहा है या पेंडू जीवन दे विच जो भी समस्यावां हो रही ने, पुराणियां कदरां कीमतां किहड़ियां ने उन्हां नूं लिया के नाटक दे राही समाज दे सामने प्रस्तुत करन दा यतन कीता, है ना। यथार्थवाद तुसी एक थीम तुसी देखी परंपरागत कदरां कीमतां, दूसरा तुसी इन्हां दी विधि देखोगे यथार्थवाद नूं पेश करना। यथार्थ की हुंदा हैगा जो तुसी हो रहा है, जो कुछ वापर रहा है उन्होंने हू बहू तुसी प्रस्तुत करोगे।
ਹੂ ਬਹੂ ਸਮਾਜ ਦੇ ਸਾਹਮਣੇ ਰੱਖੋਗੇ, ਇੱਕ ਹਿਸਾਬ ਨਾਲ ਸਮਾਜ ਨੂੰ ਆਈਨਾ ਦਿਖਾਉਣ ਦਾ ਯਤਨ ਕਰਨਾ, ਸਮਾਜ ਨੂੰ ਮਿਰਰ ਦਿਖਾਉਣ ਦੀ ਕੋਸ਼ਿਸ਼ ਕਰਨੀ ਕਿ ਇਹ ਕੁਝ ਤੁਹਾਡੇ ਨਾਲ ਹੋ ਰਿਹਾ ਹੈ ਨਾ। ਇਸ ਕਰਕੇ ਤੁਸੀਂ ਦੇਖੋਗੇ ਕਿਹੜੇ ਕਿਹੜੇ ਨਾਟਕ ਇਹਨਾਂ ਨੇ ਲਿਖੇ ਹੈ। ਕੁਝ ਤਿੰਨ ਤਾਂ ਮੈਂ ਤੁਹਾਨੂੰ ਦੱਸਿਆ ਕਿ ਯੂਪੀਐਸਸੀ ਨੇ ਸਪੈਸ਼ਲੀ ਮੈਂਸ਼ਨ ਕੀਤੇ ਨੇ, ਜਿਹਦੇ ਵਿੱਚ ਲੋਹਾ ਕੁੱਟ ਹੈ, ਸੁਲਤਾਨ ਰਜੀਆ ਹੈ ਤੇ ਧੂਣੀ ਦੀ ਅੱਗ ਹੈ। ਉਸ ਤੋਂ ਇਲਾਵਾ ਤੁਸੀਂ ਦੇਖੋਗੇ ਕਣਕ ਦੀ ਬੱਲੀ ਵੀ ਇਹਨਾਂ ਦਾ ਇੱਕ ਨਾਟਕ ਹੈ, ਸੈਲ ਪੱਥਰ ਵੀ ਇਹਨਾਂ ਦਾ ਇੱਕ ਨਾਟਕ ਹੈ ਨਾ। ਇਸ ਕਰਕੇ ਇਦਾਂ ਕੇਸਰੋ ਵੀ ਇਹਨਾਂ ਦਾ ਇੱਕ ਨਾਟਕ ਹੈ। ਇਹ ਸਾਰੇ ਨਾਟਕ ਇਹਨਾਂ ਨੇ ਰਚੇ। ਜਦੋਂ ਇਹਨਾਂ ਨੇ ਲੋਹਾ ਕੁੱਟ ਨਾਲ ਪੈਰ ਰੱਖਿਆ ਇਹਨਾਂ ਨੇ ਨਾਟਕ ਦੇ ਵਕਤ ਦੇ ਵਿੱਚ, ਤਾਂ ਤੁਸੀਂ ਦੇਖੋਗੇ ਪਹਿਲੇ ਹੀ ਨਾਟਕ ਦੇ ਨਾਲ ਇਹ ਵਿਲੱਖਣ ਹਸਤੀ ਵਜੋਂ ਸਥਾਪਿਤ ਹੋ ਗਏ। ਪਹਿਲੇ ਹੀ ਨਾਟਕ ਵਜੋਂ ਇਹ ਇੱਕ ਕਿਤੇ ਨਾ ਕਿਤੇ ਤੁਸੀਂ ਦੇਖੋਗੇ ਬਹੁਤ ਹੀ ਮਹੱਤਵਪੂਰਨ ਨਾਟਕਕਾਰ ਦੇ ਤੌਰ ਤੇ ਇਹ ਪ੍ਰਸਿੱਧ ਹੋ ਗਏ ਹੈ ਨਾ। ਤੇ ਉਸ ਤੋਂ ਬਾਅਦ ਜਦੋਂ ਹੌਲੀ ਹੌਲੀ ਇਹਨਾਂ ਨੇ ਅੱਗੇ ਨਾਟਕ ਲਿਖੇ, ਤੇ ਜਿਹੜੇ ਮੈਂ ਤੁਹਾਨੂੰ ਥੀਮ ਦੱਸ ਰਿਹਾ, ਇੱਕ ਤਾਂ ਕਿਤੇ ਨਾ ਕਿਤੇ ਇਹਨਾਂ ਨੇ ਪਰੰਪਰਾਗਤ ਕਦਰਾਂ ਕੀਮਤਾਂ ਨੂੰ ਤੋੜਨ ਦਾ ਯਤਨ ਕੀਤਾ। ਇਹਨਾਂ ਨੇ ਕੋਸ਼ਿਸ਼ ਕਰਨ ਦੀ ਯਤਨ ਕੀਤੀ ਕਿ ਜਿਹੜੇ ਵਸਤੂ, ਕੁਝ ਤੁਸੀਂ ਦੇਖੋਗੇ ਜਿਹੜੇ ਟੌਪਿਕਸ ਇਦਾਂ ਦੇ ਹੁੰਦੇ ਨੇ ਜਿਹਨੂੰ ਸਮਾਜ ਟੈਬੂ ਦੇ ਤੌਰ ਤੇ ਦੇਖਦਾ ਹੈ, ਜਿਵੇਂ ਮਰਦ ਤੇ ਇਸਤਰੀ ਦਾ ਜਿਹੜਾ ਪ੍ਰੇਮ ਆ ਹੈ ਨਾ, ਪਿਆਰ ਆ ਜਿਹੜਾ, ਉਹਨੂੰ ਸਮਾਜ ਐਕਸੈਪਟ ਨਹੀਂ ਕਰਦਾ। ਤੁਸੀਂ ਦੇਖੋ ਕਣਕ ਦੀ ਬੱਲੀ ਨਾਟਕ ਦੇ ਵਿੱਚ ਇਹਨਾਂ ਨੇ ਦੱਸਿਆ ਹੈਗਾ ਕਿ ਕਿਸ ਤਰ੍ਹਾਂ ਇੱਕ ਕੁੜੀ ਜਿਹੜੀ ਹੈਗੀ ਆ ਉਹ ਕਿਸੇ ਵਿਅਕਤੀ ਨਾਲ ਪਿਆਰ ਕਰਦੀ ਆ, ਬਟ ਸਮਾਜ ਦਾ ਜਿਹੜਾ ਇੱਕ ਵਰਗ ਹੈਗਾ, ਇੱਕ ਤਬਕਾ ਉਹਨੂੰ ਐਕਸੈਪਟ ਨਹੀਂ ਕਰਦਾ ਹੈਗਾ ਹੈ ਨਾ। ਜਿਹੜਾ ਤਾਰੂ ਨਾਲ ਪਿਆਰ ਕਰਦੀ ਹੈਗੀ ਆ ਉਹ, ਬਟ ਉਹਨੂੰ ਐਕਸੈਪਟ ਨਹੀਂ ਕਰਦਾ, ਜਿਹੜਾ ਮੱਗਰ ਜ਼ਮੀਂਦਾਰ ਹੈਗਾ ਉਹਨੂੰ ਐਕਸੈਪਟ ਨਹੀਂ ਕਰ ਪਾਉਂਦਾ ਹੈਗਾ। ਇਸ ਤਰ੍ਹਾਂ ਦੀਆਂ ਕਦਰਾਂ ਕੀਮਤਾਂ ਤੁਸੀਂ ਹੋਰ ਦੇਖੋ, ਜਿਵੇਂ ਲੋਹਾ ਕੁੱਟ ਨਾਟਕ ਇਹਨਾਂ ਨੇ ਲਿਖਿਆ, ਉਹਦੇ ਵਿੱਚ ਕਿਸ ਤਰ੍ਹਾਂ ਇਹਨਾਂ ਨੇ ਦਿਖਾਇਆ ਕਿ ਪਹਿਲਾਂ ਜਦੋਂ ਮਾਂ ਆ ਉਹ ਉਸੇ ਚੀਜ਼ ਨੂੰ ਐਕਸੈਪਟ ਕਰਦੀ। ਤੁਸੀਂ ਕਈ ਵਾਰ ਦੇਖਦੇ ਹੋ ਕਿ ਸਮਾਜ ਦੇ ਵਿੱਚ ਜਿਹੜੀ ਇਸਤਰੀ ਆ, ਔਰਤ ਆ, ਕਈ ਵਾਰ ਅਸੀਂ ਦੇਖਦੇ ਹਾਂ ਪਰਿਵਾਰ ਦੇ ਕਹਿਣ ਤੇ ਹੀ ਉਹ ਵਿਆਹ ਵੀ ਕਰਦੀ ਹੈ। ਉਹਦੇ ਆਪਣੇ ਮਨ ਦੇ ਜਿਹੜੇ ਖੁਆਬ ਨੇ ਜਾਂ ਆਪਣੇ ਮਨ ਦੀ ਜਿਹੜੀ ਇੱਛਾ ਹੈ ਉਹ ਦਬੀ ਰਹਿ ਜਾਂਦੀ ਹੈਗੀ ਹੈ। ਉਹ ਵੀ ਉਸ ਨਾਟਕ ਦੇ ਵਿੱਚ ਦਿਖਾਉਣ ਦਾ ਯਤਨ ਕੀਤਾ ਹੈਗਾ ਬਲਵੰਤ ਗਾਰਗੀ ਨੇ ਕਿ ਕਿਸ ਤਰ੍ਹਾਂ ਜਦੋਂ ਆਪ ਮਾਂ ਹੁੰਦੀ ਆ ਉਹ, ਉਦੋਂ ਉਹ ਉਸ ਚੀਜ਼ ਨੂੰ ਐਕਸੈਪਟ ਨਹੀਂ ਕਰ ਪਾਉਂਦੀ ਹੈਗੀ ਹੈ, ਬਟ ਜਦੋਂ ਉਹਦੀ ਬੇਟੀ ਜਿਹੜੀ ਹੈਗੀ ਆ ਉਹ ਸਮਾਜ ਦੀਆਂ ਕਦਰਾਂ ਕੀਮਤਾਂ ਨੂੰ ਤੋੜ ਕੇ ਕਿ ਆਪਣੇ ਜੋ ਵੀ ਉਹਦਾ ਆਸ਼ਿਕ ਹੁੰਦਾ ਉਹਦੇ ਨਾਲ ਚਲੀ ਜਾਂਦੀ ਹੈਗੀ ਆ, ਤਾਂ ਉਸੇ ਹੀ ਚੀਜ਼ ਨੂੰ ਫੋਲੋ ਉਸਦੀ ਮਾਂ ਵੀ ਕਰਦੀ ਹੈਗੀ ਹੈ ਨਾ। ਕੁਝ ਚੀਜ਼ਾਂ ਨੇ ਆਲੋਚਨਾਤਮਕ ਵੀ ਚੀਜ਼ਾਂ ਨੇ ਜੋ ਕਿ ਬਲਵੰਤ ਗਾਰਗੀ ਨੂੰ ਲੈ ਕੇ ਹੋਈਆਂ ਵੀ ਇਸ ਤਰ੍ਹਾਂ ਦਾ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਸੇਧ ਨਹੀਂ ਦਿੰਦੀਆਂ, ਬਟ ਜਨਰਲ ਚੀਜ਼ ਇਹ ਹੈਗੀ ਆ ਕਿ ਇਹ ਰਿਐਲਿਟੀ ਤਾਂ ਹੈਗੀ ਹੈ ਨਾ ਸਮਾਜ ਦੀ, ਸਮਾਜ ਦਾ ਯਥਾਰਥ ਤਾਂ ਇਹੀ ਹੈਗਾ ਜਿਸ ਨੂੰ ਪ੍ਰਸਤੁਤ ਕਰਨ ਦਾ ਯਤਨ ਕੀਤਾ ਬਲਵੰਤ ਗਾਰਗੀ ਨੇ ਹੈ ਨਾ। ਸੁਲਤਾਨ ਰਜੀਆ ਤੁਸੀਂ ਨਾਟਕ ਦੇਖੋਗੇ, ਇਹਦੇ ਵਿੱਚ ਇੱਕ ਇਤਿਹਾਸਕ ਨਾਟਕ ਹੈ ਹੈ ਨਾ। ਸੁਲਤਾਨ ਰਜੀਆ ਜਿਹੜਾ ਨਾਟਕ ਹੈਗਾ ਉਹ ਇਤਿਹਾਸਕ ਨਾਟਕ ਹੈਗਾ, ਜਿਹਦੇ ਵਿੱਚ ਇਲਤੁਤਮਸ਼ ਦੀ ਮੌਤ ਤੋਂ ਬਾਅਦ ਤੁਸੀਂ ਦੇਖੋਗੇ ਦਿੱਲੀ ਸਲਤਨਤ ਦਾ ਜਿਹੜਾ ਦੌਰ ਸੀ 12ਵੀਂ ਸਦੀ ਦੇ ਵਿੱਚ, ਉਸ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਬਟ ਉਹਦੇ ਵਿੱਚ ਵੀ ਤੁਸੀਂ ਦੇਖੋਗੇ ਇਲਤੁਤਮਸ਼ ਦੀ ਮੌਤ ਤੋਂ ਬਾਅਦ ਰਜੀਆ ਸੁਲਤਾਨ ਬਣਦੀ ਹੈ ਤੇ ਕਿਸ ਤਰ੍ਹਾਂ ਦਰਬਾਰ ਦੇ ਵਿੱਚ ਲਗਾਤਾਰ ਜਿਹੜੀ ਹੈ ਸੱਤਾ ਪ੍ਰਾਪਤੀ ਲਈ ਇੱਕ ਦੂਜੇ ਨੂੰ ਕਤਲ ਕੀਤਾ ਜਾਂਦਾ ਹੈਗਾ ਹੈ ਨਾ। ਬਟ ਅੰਤ ਦੇ ਵਿੱਚ ਜਿਹੜਾ ਉਹਦਾ ਥੀਮ ਨਿਕਲ ਕੇ ਆਉਂਦਾ ਫਿਰ ਉਸੇ ਗੱਲ ਤੇ ਕਿ ਭਾਵੇਂ ਇਸਤਰੀ ਜਿਹੜੀ ਹੈਗੀ ਆ ਰਾਜਸੀ ਤਾਕਤ ਦੇ ਵਿੱਚ ਜਾਂ ਰਾਜਸੀ ਪ੍ਰਬੰਧ ਦੇ ਵਿੱਚ ਉੱਚੇ ਪੱਧਰ ਤੇ ਵੀ ਪਹੁੰਚ ਜਾਵੇ, ਪਰ ਉਹਨੂੰ ਮੰਨਿਆ ਕੀ ਜਾਂਦਾ ਹੈਗਾ, ਕਾਮ ਦੀ ਪੁਤਲੀ ਹੀ। ਠੀਕ ਹੈ, ਇਹ ਜਿਹੜੀ ਚੀਜ਼ਾਂ ਨੇ ਇਹ ਬਲਵੰਤ ਗਾਰਗੀ ਨੇ ਦਿਖਾਉਣ ਦਾ ਯਤਨ ਕੀਤਾ ਹੈਗਾ ਆਪਣੇ ਨਾਟਕ ਰਾਹੀਂ। ਤਾਂ ਤੁਸੀਂ ਦੇਖੋਗੇ ਕਿ ਜਿਹੜੀਆਂ ਪਰੰਪਰਾਗਤ ਕਦਰਾਂ ਕੀਮਤਾਂ ਨੇ ਉਹਨਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਬਲਵੰਤ ਗਾਰਗੀ ਨੇ ਪ੍ਰਸਤੁਤ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਇੱਕ ਹੋਰ ਚੀਜ਼, ਮਨੋਵਿਗਿਆਨਕ ਜਿਹੜਾ ਯਥਾਰਥ ਹੈ, ਇਹਨਾਂ ਦੇ ਨਾਟਕ ਨੂੰ ਖਾਸ ਕਰਕੇ ਕਿਹਾ ਜਾਂਦਾ ਹੈਗਾ ਕਿ ਇਹ ਮਨੋਵਿਗਿਆਨਕ ਨਾਟਕਕਾਰ ਨੇ। ਇਸ ਦਾ ਮਤਲਬ ਇਹ ਹੈਗਾ ਮਨਾਂ ਦੇ ਵਿੱਚ ਕੀ ਚੱਲ ਰਿਹਾ ਹੈ, ਮਨਾਂ ਦੇ ਮਾਰੂਥਲਾਂ ਦੇ ਵਿੱਚ ਕਿਸ ਤਰ੍ਹਾਂ ਦੀ ਅੱਗ ਭੜਕ ਰਹੀ ਹੈ, ਉਸ ਨੂੰ ਵੀ ਬਿਆਨ ਕਰਨ ਦਾ ਯਤਨ ਕਰਦੇ ਨੇ ਬਲਵੰਤ ਗਾਰਗੀ ਹੈ ਨਾ। ਓਵਰਆਲ ਤੁਸੀਂ ਅਗਰ ਅਸੀਂ ਇਹਨਾਂ ਦਾ ਪੂਰਾ ਦੇਖੀਏ, ਦੇਖੋ ਕਿਸੇ ਵੀ ਤੁਸੀਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਨਾਟਕਕਾਰ ਨੂੰ ਪੜ੍ਹਨ ਲਈ ਉਹਦੇ ਬਾਰੇ ਪਤਾ ਹੋਣਾ ਚਾਹੀਦਾ ਹੈ, ਉਹਨਾਂ ਥੋੜਾ ਬਹੁਤ ਉਹਦੇ ਬਾਰੇ ਜਾਣੋ। ਉਸ ਤੋਂ ਬਾਅਦ ਤਾਂ ਕਿ ਤੁਹਾਨੂੰ ਇਹ ਪਤਾ ਚੱਲੇ ਕਿ ਜੋ ਵੀ ਉਹ ਅਗਰ ਨਾਟਕ ਲਿਖਦੇ ਨੇ, ਕਹਾਣੀ ਲਿਖਦੇ ਨੇ ਜਾਂ ਨੋਵਲ ਲਿਖਦੇ ਨੇ, ਉਸ ਦਾ ਥੀਮ ਕੀ ਹੈ ਨਾ। ਪੇਂਡੂ ਜੀਵਨ ਨੂੰ ਬਲਵੰਤ ਗਾਰਗੀ ਨੇ ਜੀਵਿਆ ਤਾਂ ਪੇਂਡੂ ਸਮੱਸਿਆਵਾਂ ਨੂੰ ਪ੍ਰਸਤੁਤ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ। ਅਸੀਂ ਨੰਬਰ 1 ਦੇਖਦੇ ਹਾਂ, ਪੇਂਡੂ ਜੀਵਨ ਦੀਆਂ ਸਮੱਸਿਆਵਾਂ। ਦੂਸਰਾ ਥੀਮ ਅਗਰ ਕੱਢੀਏ ਅਸੀਂ ਤਾਂ ਸਾਨੂੰ ਲੱਗੇਗਾ ਪਰੰਪਰਾਗਤ ਕਦਰਾਂ ਕੀਮਤਾਂ ਨੂੰ ਤੋੜਿਆ। ਤੀਸਰਾ ਤੁਸੀਂ ਦੇਖੋਗੇ ਮਨੋਵਿਗਿਆਨਿਕ ਸਥਿਤੀ ਨੂੰ ਪ੍ਰਸਤੁਤ। ਇੱਕ ਤੁਸੀਂ ਹੋਰ ਦੇਖੋ ਜਿਹੜਾ ਕਿ ਮੇਨ ਯੋਗਦਾਨ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਹੁਣ ਦੁਬਾਰਾ ਦੇਖੋ ਇੱਕ ਹੋਰ ਚੀਜ਼, ਇਹਨਾਂ ਨੇ ਲੋਕ ਨਾਟ ਸ਼ੈਲੀਆਂ ਦਾ, ਠੀਕ ਹੈ, ਲੋਕ ਨਾਟ ਸ਼ੈਲੀਆਂ ਦਾ ਪ੍ਰਸਤੁਤ ਕੀਤਾ, ਇਸਤੇਮਾਲ ਕੀਤਾ। ਲੋਕ ਨਾਟ ਸ਼ੈਲੀਆਂ ਕਿਹੜੀਆਂ ਹੁੰਦੀਆਂ ਨੇ, ਜਿਵੇਂ ਲੋਕ ਗੀਤ ਪ੍ਰਸਤੁਤ ਕਰਨਾ ਹੈ ਨਾ, ਜਿਵੇਂ ਲੋਕ ਗੀਤ ਪ੍ਰਸਤੁਤ ਕਰਨਾ ਜਾਂ ਗਿੱਧਾ ਵਗੈਰਾ ਪ੍ਰਸਤੁਤ ਕਰਨਾ ਨਾਟਕ ਦੇ ਵਿੱਚ ਹੀ।
ਇਹਨਾਂ ਨੇ ਭਰਪੂਰ ਬਲਵੰਤ ਗਾਰਗੀ ਬਾਰੇ ਇਹ ਵੀ ਕਿਹਾ ਜਾਂਦਾ ਹੈਗਾ ਕਿ ਇਹਨਾਂ ਨੇ ਰੰਗਮੰਚ ਦਾ ਭਰਪੂਰ ਇਸਤੇਮਾਲ ਕੀਤਾ। ਬਹੁਤ ਸਾਰੇ ਇਹਨਾਂ ਦੇ ਨਾਟਕ ਜਿਹੜੇ ਨੇ ਉਹ ਪੱਛਮ ਦੇ ਵਿੱਚ ਵੀ ਖੇਡੇ ਗਏ, ਰੂਸ ਦੇ ਵਿੱਚ, ਮਾਸਕੋ ਦੇ ਵਿੱਚ, ਅਮਰੀਕਾ ਦੇ ਵਿੱਚ ਦੇਖੋਗੇ ਤੁਸੀਂ ਇਹਨਾਂ ਦੇ ਬਹੁਤ ਸਾਰੇ ਨਾਟਕ, ਇਹਨਾਂ ਦੇ ਇਹ ਜੋ ਨਾਟਕ ਇਹਨਾਂ ਨੇ ਲਿਖੇ ਸੀ ਉਹ ਉੱਥੇ ਰੰਗਮੰਚ ਤੇ ਖੇਡੇ ਵੀ ਗਏ। ਤਾਂ ਰੰਗਮੰਚ ਦਾ ਵੀ ਭਰਪੂਰ ਇਸਤੇਮਾਲ ਬਲਵੰਤ ਗਾਰਗੀ ਨੇ ਕੀਤਾ। ਤਾਂ ਇੱਕ ਵਾਰੀ ਫੇਰ ਸਮਝੋ, ਕਿਸੇ ਵੀ ਦੇਖੋ ਬਹੁਤ ਸਾਰੇ ਨੋਟਸ ਪੜ੍ਹਨ ਨਾਲੋਂ ਨਾ ਤੁਹਾਨੂੰ ਇੱਕ ਪੇਜ ਦੇ ਵਿੱਚ ਉਹਨਾਂ ਬਾਰੇ ਕਰੈਕਟਸ ਪਤਾ ਹੋਣਾ ਚਾਹੀਦਾ ਹੈ। ਜਿਹੜਾ ਯੂਪੀਐਸਸੀ ਤੁਹਾਡੇ ਤੋਂ ਜਾਣਨਾ ਚਾਹੁੰਦਾ ਹੈ, ਐਗਜ਼ਾਮੀਨਰ ਤੁਹਾਡੇ ਤੋਂ ਜਾਣਨਾ ਚਾਹੁੰਦਾ ਹੈਗਾ ਵੀ ਤੁਸੀਂ ਉਸ ਬਾਰੇ ਜਾਣਦੇ ਕੀ ਹੋ। ਓਵਰਆਲ ਅਗਰ ਉਹਨਾਂ ਤੇ ਨਾਟਕ ਆਂਦਾ, ਜੇ ਤਾਂ ਕਿਸੇ ਸਪੈਸੀਫਿਕ ਨਾਟਕ ਤੇ ਕੁਐਸਚਨ ਆਂਦਾ ਹੈਗਾ ਤਾਂ ਤੁਹਾਨੂੰ ਉਹਦਾ ਵਿਸ਼ਾ ਵਸਤੂ ਪਤਾ ਹੀ ਹੋਣਾ ਚਾਹੀਦਾ ਹੈ। ਲੋਹਾ ਕੁੱਟ ਦੇ ਵਿੱਚ ਕੀ ਹੈ, ਸੁਲਤਾਨ ਰਜੀਆ ਦੇ ਵਿੱਚ ਕੀ ਹੈ ਨਾ, ਜਾਂ ਫਿਰ ਧੂਣੀ ਦੀ ਅੱਗ ਨਾਟਕ ਕੀ ਹੈਗਾ। ਧੂਣੀ ਦੀ ਅੱਗ ਦੇ ਨਾਟਕ ਦੇ ਵਿੱਚ ਕਿੱਥੇ ਨਾ ਕਿੱਥੇ ਉਹਨਾਂ ਨੇ ਪੱਛਮ ਨਾਟ ਪਰੰਪਰਾ ਨੂੰ ਵਧੇਰੇ ਤੌਰ ਤੇ ਪ੍ਰਸਤੁਤ ਕੀਤਾ ਹੈਗਾ। ਪੱਛਮ ਦੇ ਵਿੱਚ ਔਰਤ ਦੀ ਜਿਹੜੀ ਖੁੱਲ੍ਹ ਹੈਗੀ ਆ ਉਹ ਜ਼ਿਆਦਾ ਹੈਗੀ ਹੈ ਨਾ। ਭਾਰਤੀ ਸਮਾਜ ਦੇ ਵਿੱਚ ਅੱਜ ਵੀ ਔਰਤ ਨੂੰ ਉਨੀ ਖੁੱਲ੍ਹ ਨਹੀਂ ਹੈਗੀ। ਔਰਤ ਮਰਦ ਦੇ ਪਿਆਰ ਨੂੰ ਲੈ ਕੇ ਪੱਛਮ ਦੇ ਵਿੱਚ ਜ਼ਿਆਦਾ ਖੁੱਲ੍ਹ ਹੈ। ਉਸੇ ਹੀ ਖੁੱਲ੍ਹ ਨੂੰ ਦਿਖਾਉਣ ਦਾ ਯਤਨ ਕੀਤਾ ਹੈਗਾ ਬਲਵੰਤ ਗਾਰਗੀ ਨੇ ਧੂਣੀ ਦੀ ਅੱਗ ਦੇ ਨਾਟਕ ਦੇ ਵਿੱਚ, ਜਿਸ ਦੇ ਵਿੱਚ ਇੱਕ ਮਰਦ ਨੂੰ ਦੋ ਤੀਵੀਆਂ ਲੋਚਦੀਆਂ ਨੇ, ਹੈ ਨਾ। ਕਿਸ ਤਰ੍ਹਾਂ ਉਹ ਕਿਤੇ ਨਾ ਕਿਤੇ ਆਪਣੇ ਪਿਆਰ ਲਈ ਤਰਸਦੀਆਂ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਮਰਦ ਨੂੰ ਅਜੀਤ ਨੂੰ ਪਾਉਣ ਲਈ ਦੋਨੋਂ ਜਿਹੜੀਆਂ ਇਸਤਰੀਆਂ ਨੇ ਉਹ ਯਤਨ ਕਰਦੀਆਂ ਦਿਖਦੀਆਂ ਨੇ, ਹੈ ਨਾ। ਤੇ ਇਹ ਓਵਰਆਲ ਜਿਹੜੀ ਤੁਸੀਂ ਕਹਾਣੀ ਸਮਝ ਰਹੇ ਹੋ, ਇਹਦੇ ਵਿੱਚ ਇਹ ਹੈ ਕਿ ਬਲਵੰਤ ਗਾਰਗੀ ਇੱਕ ਇਦਾਂ ਦਾ ਨਾਟਕਕਾਰ ਹੈਗਾ, ਇੱਕ ਇਦਾਂ ਦਾ ਵਿਲੱਖਣ ਹਸਤੀ ਹੈਗਾ ਨਾਟਕ ਦੇ ਖੇਤਰ ਦੇ ਵਿੱਚ, ਜਿਹੜਾ ਕਿ ਪਰੰਪਰਾਗਤ ਕਦਰਾਂ ਕੀਮਤਾਂ ਨੂੰ ਪ੍ਰਸਤੁਤ ਕਰਦਾ ਹੈਗਾ, ਮਨੋਵਿਗਿਆਨਿਕ ਸਥਿਤੀ ਨੂੰ ਪ੍ਰਸਤੁਤ ਕਰਦਾ ਹੈਗਾ, ਤੇ ਨਾਲ ਪੱਛਮ ਨਾਟ ਪਰੰਪਰਾ ਨੂੰ ਭਾਰਤੀ ਨਾਟ ਪਰੰਪਰਾ ਨਾਲ ਕਿਸ ਤਰ੍ਹਾਂ ਸੁਮੇਲ ਕਰਕੇ ਪ੍ਰਸਤੁਤ ਕਰਨਾ ਹੈਗਾ। ਇਹ ਉਹਨਾਂ ਦਾ ਕਿਤੇ ਨਾ ਕਿਤੇ ਸਭ ਤੋਂ ਵੱਡਾ ਯੋਗਦਾਨ ਜਿਹੜਾ ਪੰਜਾਬੀ ਨਾਟਕ ਦੇ ਵਿੱਚ ਦੇਖਿਆ ਜਾ ਸਕਦਾ ਹੈ। ਠੀਕ ਹੈ, ਮੈਨੂੰ ਲੱਗਦਾ ਹੈ ਇਸ ਟੌਪਿਕ ਨੂੰ ਲੈ ਕੇ ਤੁਹਾਡੀ ਜਿਹੜੀ ਅੰਡਰਸਟੈਂਡਿੰਗ ਹੈ ਬਹੁਤ ਵਧੀਆ ਤਰੀਕੇ ਨਾਲ ਕਲੀਅਰ ਹੋ ਗਈ ਹੋਏਗੀ, ਹੈ ਨਾ। ਮਿਲਦੇ ਹਾਂ ਅਗਲੀ ਵੀਡੀਓ ਵਿੱਚ, ਤਦ ਤੱਕ ਆਪਣਾ ਧਿਆਨ ਰੱਖੋ, ਆਪਣੀ ਪੜ੍ਹਾਈ ਬਹੁਤ ਵਧੀਆ ਤਰੀਕੇ ਨਾਲ ਕਰਦੇ ਰਹੋ। ਬਹੁਤ ਬਹੁਤ ਧੰਨਵਾਦ।